ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਵਡਹੰਸ ਮਹਿਲਾ ਪੰਜਵਾ। ਸ਼ੰਤ ਘਰ ਚੌਥਾ। ਇੱਕ ਓਂਕਾਰ ਸਤ ਗੁਰ ਪ੍ਰਸਾਦ। ਵਾਹਿਗੁਰੂ ਤਉ ਭਾਣਾ ਤਾਂ ਤ੍ਰਿਪਤ ਅਗਾਏ ਰਾਮ। ਮਨ ਥੀਆ ਠੰਡਾ ਸਭ ਤ੍ਰਿਸ਼ਨ ਬੁਝਾਏ ਰਾਮ। ਤਉ ਭਾਣਾ ਤਾਂ ਤ੍ਰਿਪਤ ਅਘਾਏ ਰਾਮ। ਮਨ ਥੀਆ ਠੰਡਾ ਸਭ ਤ੍ਰਿਸ਼ਨ ਬੁਝਾਏ ਰਾਮ। ਮਨ ਥੀਆ ਠੰਡਾ ਚੂਕੀ ਡੰਝਾ ਪਾਇਆ ਬਹੁਤ ਖਜ਼ਾਨਾ। ਸਿੱਖ ਸੇਵਕ ਸਭ ਪੁੰਚਣ ਲੱਗੇ ਹਉ ਸਤਿਗੁਰ ਕੈ ਕੁਰਬਾਨਾ। ਨਿਰਭਉ ਭਏ ਖਸਮ ਰੰਗ ਰਾਤੇ ਜਮ ਕੀ ਤਰਾਸ ਬੁਝਾਏ। ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਕਰਾਉ ਲਿਵ ਲਾਏ। ਨਿਰਭਉ ਭਏ ਖਸਮ ਰੰਗ ਰਾਤੇ ਜਮ ਕੀ ਤਰਾਸ ਬੁਝਾਏ। ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਕਰਾਉ ਲਿਵ ਲਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਹਿਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਣੀ ਹੋਏ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਬਖਸ਼ਿਸ਼ ਕੀਤਾ। ਮਹਾਰਾਜ ਦੀ ਰਹਿਮਤ ਹੋਈ। ਅੰਮ੍ਰਿਤ ਵੇਲੇ ਸਾਡੇ ਵਾਸਤੇ ਬਖਸ਼ਿਸ਼ ਦਾ ਦਰ ਖੁੱਲ੍ਹਦਾ ਹੈ, ਆਸੀਸ ਪ੍ਰਾਪਤ ਹੁੰਦੀ ਹੈ ਅਤੇ ਸਾਨੂੰ ਅਰਦਾਸ ਕਰਨ ਦੀ ਇੱਕ ਜੁਗਤ ਮਿਲਦੀ ਹੈ
ਕਿਤੇ ਅਸੀਂ ਅਰਦਾਸ ਕਰਦੇ ਕਹਿ ਸਕੀ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਹੇ ਸੱਚੇ ਪਾਤਸ਼ਾਹ, ਤੁਸੀਂ ਦਾਨ ਦੇ ਪੂਰਨ ਦਾਤੇ ਹੋ, ਦਾਨ ਦੀ ਮੱਤ ਦੇ ਪੂਰੇ ਹੋ, ਤੇ ਅਸੀਂ ਆਪ ਤੇ ਦਰ ਦੇ ਮੰਗਤੇ ਹਾਂ। ਕਿਰਪਾ ਨਾਲ ਸਾਡੀ ਝੋਲੀ ਖੈਰ ਪਾ ਦਿਓ। ਅਸੀਂ ਭਾਵਨਾ ਲੈ ਕੇ ਸੱਚੇ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ ਅਸੀਂ ਇੱਥੇ ਆਣ ਬਹਿੰਦੇ ਹਾਂ, ਔਰ ਉਹਦੇ ਸਦਕੇ ਹੀ ਹੁਣ ਤੱਕ ਦਾ ਜੀਵਨ ਚੱਲ ਰਿਹਾ ਹੈ। ਅੱਜ ਚੌਥੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਹੈ, ਉਹ ਸੁਭਾਗ ਦਾ ਦਿਨ ਹੈ। ਤੀਸਰੇ ਪਾਤਸ਼ਾਹ ਸਾਹਿਬ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਦੇ ਦਿਨ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਤੇ ਪੁਰਾਣੇ ਸਾਖੀਕਾਰ ਤੇ ਮੰਨਦੇ ਨੇ ਕਿ ਕੇਵਲ ਗੁਰਤਾ ਗੱਦੀ ਹੀ ਨਹੀਂ ਦਿੱਤੀ, ਆਪਣੀ ਉਮਰਾਂ ਵੀ ਦਿੱਤੀ ਹੈ, ਆਪਣੀ ਉਮਰ ਵੀ ਦਿੱਤੀ ਹੈ, ਸਮਾਂ ਵੀ ਦਿੱਤਾ ਹੈ, ਗੁਰਤਾ ਗੱਦੀ ਵੀ ਦਿੱਤੀ ਹੈ। ਇੱਕ ਰਹੱਸ ਹੈ ਜਿਸ ਨੂੰ ਅਸੀਂ ਕਦੇ ਐਕਸਪਲੇਨ ਨਹੀਂ ਕਰ ਪਾਵਾਂਗੇ, ਸਾਬਤ ਨਹੀਂ ਕਰ ਪਾਵਾਂਗੇ, ਕਿਉਂਕਿ ਕੁਝ ਹੁਕਮ ਦੀਆਂ ਖੇਡਾਂ ਜਿਹੜੀਆਂ ਆਉਂਦੀਆਂ ਨੇ ਉਹ ਕਿਸੇ ਵੀ ਸਬੂਤ ਦੇ ਨਾਲ, ਕਿਸੇ ਵੀ ਦੁਨਿਆਵੀ ਤਰੀਕੇ ਦੇ ਨਾਲ ਸਾਬਤ ਨਹੀਂ ਕੀਤੀਆਂ ਜਾ ਸਕਦੀਆਂ। ਇਸੇ ਕਰਕੇ ਅਧਿਆਤਮਿਕ ਤੇ ਦਾਰਸ਼ਨਿਕ ਪੱਖਾਂ 'ਤੇ ਸਦਾ ਤਰਕ ਉੱਠਦਾ ਹੈ। ਵਿਗਿਆਨ ਦੀ ਕਿਸੇ ਵਿਚਾਰ 'ਤੇ ਤਰਕ ਨਹੀਂ ਉੱਠਦਾ, ਕਿਉਂਕਿ ਉਹ ਮਨੁੱਖ ਦੀ ਪਕੜ ਵਿੱਚ ਹੁੰਦਾ ਹੈ। 2 ਤੇ 2 4 ਜੋੜੇ ਆ, ਸਭ ਨੂੰ ਪਤਾ ਹੈ। ਪਰ ਅਧਿਆਤਮ ਜਿਹਨੂੰ ਅਸੀਂ ਕਹਿੰਦੇ ਹਾਂ, ਇੱਥੇ ਕਿਸੇ ਨੂੰ ਕੁਝ ਮਿਲਦਾ ਅਤੇ ਕਿਸੇ ਨੂੰ ਕੁਝ ਨਹੀਂ ਮਿਲਦਾ। ਇੱਥੇ ਤਾਂ ਬਹੁਤ ਵੱਖਰੀ ਖੇਡ, ਇਸੇ ਕਰਕੇ ਤਰਕ ਵਿਤਰਕ ਅਧਿਆਤਮ ਦੇ ਵਿੱਚ ਹੀ ਚੱਲਦਾ ਰਹਿੰਦਾ ਹੈ। ਇਹ ਸਾਰਾ ਮੰਨਣਾ 'ਤੇ ਨਿਰਭਰ ਕਰਦਾ ਹੈ। ਜਿਹਨੂੰ ਅਸੀਂ ਧਰਮ ਕਹਿੰਦੇ, ਧਰਮ ਦੀ ਦੁਨੀਆ, ਅਧਿਆਤਮ ਦੀ ਦੁਨੀਆ, ਇਹ ਸਾਰੀ ਮੰਨਣਾ 'ਤੇ ਨਿਰਭਰ ਕਰਦੀ ਹੈ। ਮੰਨਦੇ ਹੋ ਤੇ ਸਭ ਕੁਛ ਹੈ, ਨਹੀਂ ਮੰਨਦੇ ਤੇ ਉਹ ਤੇ ਆਪਣਾ ਕੰਮ ਕਰ ਹੀ ਰਿਹਾ ਹੈ। ਸਾਡੇ ਮੰਨਣ ਦੇ ਨਾਲ ਜਾਂ ਨਾ ਮੰਨਣ ਦੇ ਨਾਲ ਕੋਈ ਫਰਕ ਨਹੀਂ ਪੈਣਾ। ਜੋ ਕਾਦਰ ਹੈ, ਜਿਹਨੂੰ ਅਸੀਂ ਵਾਹਿਗੁਰੂ ਕਹਿੰਦੇ ਹਾਂ, ਉਹਨਾਂ ਆਪਣੀ ਜੋ ਕਿਰਤ ਹੈ, ਆਪਣਾ ਜੋ ਉਹਨਾਂ ਦਾ ਹੁਕਮ ਹੈ, ਵਰਤੀ ਜਾਣਾ ਹੈ, ਵਰਤੀ ਜਾਣਾ ਹੈ, ਵਰਤੀ ਜਾਣਾ ਹੈ। ਅਸੀਂ ਮੰਨ ਲਈਏ ਸੁੱਖੇ ਸੁਖਾਲੇ ਹੋ ਜਾਵਾਂਗੇ, ਨਹੀਂ ਮੰਨਾਂਗੇ ਤੇ ਵਰਤ ਫਿਰ ਵੀ ਜਾਣਾ ਹੈ। ਯਤਨ ਕਰੀਏ ਅਸੀਂ ਉਹਦੇ ਹੁਕਮ ਨੂੰ ਮੰਨ ਸਕੀਏ, ਉਹਦੀ ਰਹੱਸਵਾਦੀ ਕਲਾ ਨੂੰ, ਜਿਹਦੇ ਵਿੱਚ ਬੇਅੰਤ ਬਖਸ਼ਿਸ਼ਾਂ ਰਹੱਸ ਦੀਆਂ ਛੁਪੀਆਂ ਨੇ, ਮੰਨ ਸਕੀਏ। ਫਿਰ ਹੌਲੀ ਹੌਲੀ ਬਾਣੀ ਪੜ੍ਹਦਿਆਂ ਕੁਝ ਭੇਤ ਵੀ ਖੁੱਲ੍ਹਣ ਲੱਗ ਪੈਂਦੇ, ਕਿਉਂਕਿ ਜਦੋਂ ਕਿਸੇ ਦੇ ਨੇੜੇ ਜਾਵਾਂਗੇ ਤਾਂ ਉਹ ਆਪਣੇ ਬਾਰੇ ਕੁਝ ਭੇਤ ਵੀ ਦੇਗਾ, ਅਤੇ ਜੇ ਅਸੀਂ ਕਿਸੇ ਦੇ ਨੇੜੇ ਹੀ ਨਹੀਂ ਗਏ ਤਾਂ ਅਗਲਾ ਸਾਨੂੰ ਕਿਉਂ ਭੇਤ ਦੇਵੇ ਆਪਣਾ। ਅਸੀਂ ਸਾਹਿਤ ਸੰਸਾਰ ਵਿੱਚ, ਇਤਿਹਾਸ ਵਿੱਚ ਐਸਾ ਪੜ੍ਹਿਆ ਹੈ ਕਿ ਜਿਉਂ-ਜਿਉਂ ਵਿਅਕਤੀ ਇੱਕ ਦੂਜੇ ਦੇ ਨੇੜੇ ਹੁੰਦੇ ਨੇ, ਇੱਕ ਦੂਜੇ ਦੇ ਭੇਤ ਪ੍ਰਾਪਤ ਹੋ ਜਾਂਦੇ ਨੇ। ਇਸੇ ਤਰ੍ਹਾਂ ਅਧਿਆਤਮ ਖੇਤਰ ਵਿੱਚ ਵੀ ਹੈ। ਅਸੀਂ ਜਿਉਂ-ਜਿਉਂ ਗੁਰੂ ਸਾਹਿਬ ਦੇ ਨੇੜੇ ਜਾਵਾਂਗੇ, ਕੁਝ ਪਰਦੇ ਸਾਡੇ ਲਈ ਉੱਠ ਜਾਣਗੇ। ਇਹ ਮਤ ਖਿਆਲ ਕਰਨਾ ਕਿ ਸਾਰਾ ਦਾ ਸਾਰਾ ਭੇਤ ਕਿਸੇ ਨੂੰ ਪਤਾ ਲੱਗ ਜਾਏਗਾ, ਨਹੀਂ, ਕੁਝ ਰਹੱਸ ਮਿਲ ਜਾਣਗੇ। ਸਾਡਾ ਸਾਰਾ ਦਾ ਸਾਰਾ ਭੇਤ ਗੁਰੂ ਕਰਤੇ ਕੋਲ ਹੈ, ਪਰ ਜਦੋਂ ਗੁਰੂ ਕਰਤਾ ਜੀ ਖੁਸ਼ ਹੁੰਦੇ ਨੇ ਤੇ ਕੁਝ ਰਹੱਸ, ਕੁਝ ਬਖਸ਼ਿਸ਼ਾਂ, ਜਿਹਨੂੰ ਅਸੀਂ ਗੁਰਮੁਖਾਂ ਦੀ ਸ਼ਬਦਾਵਲੀ 'ਚ ਕਦੇ ਕਦੇ ਅੰਤਰਯਾਮਤਾ ਕਹਿ ਦਿੰਦੇ ਹਾਂ, ਕਦੇ ਕਦੇ ਕਹਿੰਦੇ ਨੇ ਕਿ ਇਹਨਾਂ ਤੋਂ ਬੜਾ ਚਾਨਣਾ ਹੈ, ਗਿਆਨ ਹੈ, ਅਨੁਭਵ ਹੈ। ਇਹ ਸਮੇਂ ਦੇ ਨਾਲ ਪ੍ਰਾਪਤੀਆਂ ਹੋ ਜਾਂਦੀਆਂ ਨੇ। ਅੱਜ ਕੁਝ ਐਸੀਆਂ ਹੀ ਗੱਲਾਂ ਪੰਚਮ ਪਾਤਸ਼ਾਹ ਸਾਹਿਬ ਜੀ ਨੇ ਇਸ ਪਾਵਨ ਸ਼ਬਦ ਦੇ ਰਾਹੀਂ ਸਾਨੂੰ ਦਿੱਤੀਆਂ ਨੇ, ਜਿਹੜੀਆਂ ਅਸੀਂ ਅੱਜ ਲੜੀ ਦੀ ਇਸ ਵਿਚਾਰ 'ਚ ਵਾਚਦੇ ਹਾਂ। ਅੰਮ੍ਰਿਤ ਵੇਲੇ ਮਹਾਰਾਜ ਨੇ ਬਖਸ਼ਿਸ਼ ਕੀਤਾ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਇਸ ਭਾਵ ਨੂੰ ਹਿਰਦੇ 'ਚ ਰੱਖੀਏ ਤੇ ਮੈਨੂੰ ਕਦੋਂ ਬਖਸ਼ਿਸ਼ ਮਿਲੇਗੀ। ਮੈਂ ਵੀ ਤੇ ਆਪ ਜੀ ਦੇ ਦਰ ਦਾ ਮੰਗਤਾ ਹੀ ਹਾਂ ਨਾ, ਮੈਨੂੰ ਵੀ ਤੇ ਕੁਝ ਚਾਹੀਦਾ ਹੈ। ਆ ਜਿਤਨੇ ਜੀ ਅਸੀਂ ਇੱਥੇ ਆਣ ਬੈਠੇ ਹਾਂ, ਜੇ ਖਿਆਲ ਸਾਡੇ ਅੰਦਰ ਦ੍ਰਿੜ ਹੋ ਜਾਏ ਕਿ ਹਮ ਥਾਰੇ ਭਿਖਾਰੀ, ਹੇ ਸੱਚੇ ਪਾਤਸ਼ਾਹ ਅਸੀਂ ਤੇ ਤੇਰੇ ਦਰ ਦੇ ਮੰਗਤੇ ਹਾਂ, ਤੇ ਦਰ 'ਤੇ ਮੰਗਣ ਆਏ ਮੰਗਤੇ ਨੂੰ ਕੀ ਮਿਲੇਗਾ, ਇਹਦੀ ਆਪਾਂ ਅਲੱਗ-ਅਲੱਗ ਵਿਚਾਰ ਕਰਦੇ ਹਾਂ।
ਕਿ ਦਰ 'ਤੇ ਮੰਗਣ ਆਏ ਮੰਗਤਿਆਂ ਨੂੰ ਸਾਰਿਆਂ ਨੂੰ ਇੱਕੋ ਹੀ ਚੀਜ਼ ਮਿਲਦੀ ਹੈ? ਤੇ ਜਵਾਬ ਹੈ ਨਹੀਂ, ਅਲੱਗ-ਅਲੱਗ ਮਿਲੇਗੀ। ਜਿਨ੍ਹਾਂ ਨੇ ਦਾਨ ਦਾ ਇਤਿਹਾਸ ਪੜ੍ਹਿਆ ਹੈ ਉਹਨਾਂ ਨੇ ਵੇਖਿਆ ਹੋਣਾ ਕਿ ਲਾਈਨਾਂ ਲਗਾ ਕੇ ਯਾਚਕ ਦਾਨੀਆਂ ਦੇ ਕੋਲ ਆਉਂਦੇ ਅਤੇ ਦਾਨੀ ਆਪਣੇ ਭੰਡਾਰ 'ਚੋਂ ਕੱਢ ਕੇ ਵੰਡੀ ਜਾਂਦੇ। ਕਿਸੇ ਨੂੰ ਧਨ ਮਿਲ ਜਾਂਦਾ, ਕਿਸੇ ਨੂੰ ਵਸਤਰ ਮਿਲ ਜਾਂਦਾ, ਕਿਸੇ ਨੂੰ ਕੁਝ ਹੋਰ ਸਾਜੋ ਸਮਾਨ। ਫਿਰ ਵੇਖਿਆ ਦੁਨੀਆ ਦੇ ਦਾਨੀਆਂ ਕੋਲ ਜਦੋਂ ਉਹਨਾਂ ਦੇ ਭੰਡਾਰ ਖਾਲੀ ਹੋ ਜਾਂਦੇ ਨੇ, ਫਿਰ ਆਪਣੇ ਘਰ ਦੇ ਸਾਮਾਨ ਵਸਤਰ ਵੰਡਣ ਲੱਗ ਪੈਂਦੇ ਨੇ। ਫਿਰ ਆਪਣੇ ਤਨ ਦੇ ਗਹਿਣੇ ਉਤਾਰ ਕੇ ਵੰਡਣ ਲੱਗ ਪੈਂਦੇ ਨੇ। ਹੋ ਸਕਦਾ ਕੋਈ ਤਨ ਦੇ ਵਸਤਰ ਵੀ ਵੰਡ ਦਿੰਦਾ ਹੋਵੇ। ਐਸਾ ਇਤਿਹਾਸ ਵਿੱਚ ਮਿਲਦਾ ਹੁੰਦਾ ਹੈ ਕਿ ਇੱਕ ਵਕਤ ਆਉਂਦਾ ਸੀ ਕਿ ਜਦੋਂ ਉਹਨਾਂ ਦੇ ਕੋਲ ਖਾਣ ਪੀਣ ਨੂੰ ਕੇਵਲ ਮਿੱਟੀ ਦੇ ਭਾਂਡੇ ਰਹਿ ਜਾਂਦੇ ਸੀ। ਦੋ ਵੱਡੇ ਦਾਨੀਆਂ ਦਾ, ਕਰਨ ਦਾ ਅਤੇ ਹਰਿਸ਼ਚੰਦਰ ਦਾ ਜ਼ਿਕਰ ਸਾਡੇ ਵੱਡੇ ਲੋਕ ਕਰਦੇ ਆਏ ਨੇ। ਪਰ ਗੁਰੂ ਕਰਤਾ ਤੇ ਉਹ ਦਾਨੀ ਜੀ ਦਾ ਭੰਡਾਰ ਅਮੁੱਕ ਹੈ। ਅਮੁੱਕ ਭੰਡਾਰ ਮੁੱਕਿਆ ਨਹੀਂ, ਪਰ ਫਿਰ ਵੀ ਮਿਲਦਾ ਅਲੱਗ-ਅਲੱਗ। ਕਿਉਂ ਮਿਲਦਾ ਅਲੱਗ-ਅਲੱਗ? ਅੱਜ ਕੁਝ ਸੰਕੇਤਕ ਜ਼ਿਕਰ ਹੈ। ਪੂਰੀ ਵਿਆਖਿਆ ਤੇ ਸਾਡੀ ਵਿਸਾਤ ਨਹੀਂ ਅਸੀਂ ਕਰ ਪਾਈਏ, ਪਰ ਕੁਝ ਅੰਸ਼ ਸਮਝਣ ਦੀ ਕੋਸ਼ਿਸ਼ ਹੁੰਦੀ ਹੈ ਅਤੇ ਕਿਰਪਾ ਕਰਕੇ ਫਿਰ ਕੁਝ ਮਿਲ ਲੱਗ ਪੈਂਦਾ। ਤਉ ਭਾਣਾ ਤਾਂ ਮਿਲਦਾ ਕਦੋਂ ਹੈ? ਜਦੋਂ ਤੁਹਾਨੂੰ ਚੰਗਾ ਲੱਗਦਾ ਹੈ। ਤਉ ਭਾਣਾ ਤੁਹਾਨੂੰ ਚੰਗਾ ਲੱਗਦਾ ਹੈ। ਜਦੋਂ ਕੋਈ ਯਾਚਕ, ਸਾਡੇ 'ਚੋਂ ਕੋਈ ਵੀ ਜੀ ਸਾਹਿਬ ਦੇ ਦਰ 'ਤੇ ਆ ਕੇ ਹੱਥ ਜੋੜ ਮੰਗਦਾ ਹੈ, ਅਤੇ ਜੇ ਅਸੀਂ ਸਾਹਿਬ ਨੂੰ ਚੰਗੇ ਲੱਗ ਗਏ ਤਾਂ ਕੁਝ ਸਾਡੀ ਝੋਲੀ 'ਚ ਪੈ ਜਾਏਗਾ, ਅਤੇ ਜੇ ਚੰਗੇ ਨਾ ਲੱਗੇ ਤਾਂ ਫਿਰ ਕੁਛ ਨਹੀਂ ਮਿਲੇਗਾ। ਤਉ ਭਾਣਾ ਤਾਂ, ਹੇ ਸੱਚੇ ਪਾਤਸ਼ਾਹ, ਜਦੋਂ ਤੁਹਾਨੂੰ ਚੰਗਾ ਲੱਗਦਾ ਹੈ। ਜਾਚਕ ਤਾਂ ਤੁਹਾਡੇ ਦਰ 'ਤੇ ਨਿੱਤ ਆਉਂਦਾ ਹੀ ਆਉਂਦਾ ਹੈ, ਸੇਵਕ ਤਾਂ ਤੁਹਾਡੇ ਦਰ 'ਤੇ ਨਿੱਤ ਖੜ੍ਹਾ ਹੈ, ਪਰ ਬਖਸ਼ਿਸ਼ ਕਦੋਂ ਮਿਲਦੀ ਹੈ? ਜਦੋਂ ਤੁਹਾਨੂੰ ਚੰਗਾ ਲੱਗਦਾ ਹੈ। ਜਦੋਂ ਤੁਸੀਂ, ਅਸੀਂ ਪੁਰਾਣਾ ਪੰਜਾਬੀ ਸ਼ਬਦ ਵਰਤੇ, ਤੁੱਠਦੇ ਹੋ। ਜਦੋਂ ਤੁਸੀਂ ਖੁਸ਼ ਹੁੰਦੇ ਹੋ, ਤੁਹਾਨੂੰ ਸੇਵਕ ਚੰਗਾ ਲੱਗਦਾ ਹੈ ਅਤੇ ਤੁਸੀਂ ਆਪਣੇ ਸੇਵਕ ਦੀ ਝੋਲੀ 'ਚ ਕੁਛ ਪਾ ਦਿੰਦੇ ਹੋ। ਇਸ ਮਨੋਵਿਗਿਆਨ ਨੂੰ ਅਸੀਂ ਆਪਣੇ ਘਰਾਂ 'ਚ ਵੇਖਿਆ ਹੋਣਾ ਹੈ। ਹਰ ਘਰ ਦੇ ਵਿੱਚ ਅੱਜ ਕੱਲ੍ਹ ਕੋਈ ਨਾ ਕੋਈ ਕੰਮ ਕਰਦਾ ਪਿਆ, ਅਤੇ ਕਿਸੇ ਦਿਨ ਤੁਸੀਂ ਉਸ 'ਤੇ ਬੜਾ ਖੁਸ਼ ਹੁੰਦੇ ਹੋ। ਉਹਦੇ ਸੇਵਾ ਭਾਵ ਤੋਂ, ਉਹਦੇ ਕਰਮ ਤੋਂ, ਉਹਦੇ ਵਿਵਹਾਰ ਤੋਂ, ਉਹਦੇ ਕਿਰਦਾਰ ਤੋਂ ਬੜੇ ਖੁਸ਼ ਹੋ ਜਾਂਦੇ ਹੋ, ਅਤੇ ਉਹਨੂੰ ਕਈ ਵਾਰ ਕੋਈ ਕੱਪੜਾ ਦੇ ਦਿੰਦੇ ਹੋ। ਕਈ ਵਾਰ ਕੋਈ ਸਾਜੋ ਸਮਾਨ ਵੇਖਿਆ ਜਿਹੜੇ ਸਰਦੇ ਪੁੱਜਦੇ ਲੋਕ ਨੇ, ਅਤੇ ਗਹਿਣੇ ਤੱਕ ਦੇ ਦਿੰਦੇ ਨੇ। ਕਿਉਂ ਦਿੰਦੇ ਨੇ? ਕਿਉਂਕਿ ਖੁਸ਼ ਹੋ ਗਏ ਨੇ। ਇਹ ਨਹੀਂ ਕਿ ਉਹਦੀ ਕੋਈ ਯੋਗਤਾ ਵੱਖਰੀ ਹੈ, ਯੋਗਤਾ ਤਾਂ ਉਹਦੀ ਇੱਕ ਸਮਾਨ ਸਦਾ ਤੋਂ ਹੀ ਰਹੀ ਹੈ, ਪਰ ਕਿਸੇ ਦਿਨ ਉਹਨੂੰ ਤੁਸੀਂ ਡਾਂਟ ਰਹੇ ਹੁੰਦੇ ਹੋ ਅਤੇ ਕਿਸੇ ਦਿਨ ਉਹਨੂੰ ਖੁਸ਼ ਹੋ ਕੇ ਇਨਾਮ ਦੇ ਰਹੇ ਹੁੰਦੇ ਹੋ। ਬਸ ਇਹ ਮਾਲਕ ਦੀ ਖੁਸ਼ੀ 'ਤੇ ਨਿਰਭਰ ਕਰਦਾ ਹੈ ਨਾ। ਇਸੇ ਤਰ੍ਹਾਂ ਜਦੋਂ ਅਸੀਂ ਸਾਹਿਬ ਦੇ ਦਰ 'ਤੇ ਆਉਂਦੇ ਹਾਂ ਅਤੇ ਸਾਹਿਬ ਦੀ ਖੁਸ਼ੀ 'ਤੇ ਨਿਰਭਰ ਕਰਦਾ ਹੈ ਸਾਹਿਬ ਕਦੋਂ ਖੁਸ਼ ਹੋ ਕੇ ਸਾਨੂੰ ਕੀ ਦੇ ਦਿੰਦੇ ਨੇ। ਇਸੇ ਕਰਕੇ ਜਿਤਨੇ ਅੱਜ ਤੱਕ ਦੇ ਵਡੇਰੇ ਭਗਤ ਸੰਤ ਗੁਰਮੁਖ ਸਾਰੇ ਕਹਿੰਦੇ ਨੇ ਕਿ ਸਾਹਿਬ ਦਾ ਦਰ ਕਦੇ ਛੱਡ ਕੇ ਨਾ ਜਾਇਓ। ਸਾਹਿਬ ਦੀ ਮੌਜ ਆਈ, ਜਦੋਂ ਉਹਨੇ ਦੇਣਾ ਹੋਇਆ ਦੇ ਦੇਵੇਗਾ, ਤੁਸੀਂ ਆਪਣਾ ਕੰਮ ਕਰਦੇ ਰਹੋ। ਅਤੇ ਅੱਜ ਸਾਨੂੰ ਅਗਲਾ ਪੱਖ ਕਹਿੰਦੇ, ਮਹਾਰਾਜ ਕਹਿੰਦੇ, ਜਦੋਂ ਤੁਸੀਂ ਖੁਸ਼ ਹੋ ਜਾਂਦੇ ਹੋ ਨਾ, ਸਾਹਿਬ ਜੀ ਖੁਸ਼ ਹੋ ਜਾਂਦੇ ਨੇ, ਫਿਰ ਕੀ ਜੋ ਦਿੰਦੇ ਨੇ ਉਹਦੇ ਨਾਲ ਕੀ ਹੁੰਦਾ ਹੈ? ਤਾਂ ਤ੍ਰਿਪਤ ਆਗਾਏ। ਮਹਾਰਾਜ ਜਦੋਂ ਤੁਸੀਂ ਦਿੰਦੇ ਹੋ ਨਾ, ਅਤੇ ਫਿਰ ਸੇਵਕ ਰੱਜ ਜਾਂਦੇ ਨੇ। ਆ ਦੁਨੀਆ ਦੇ ਦਾਤੇ ਕੁਝ ਦੇਵਣ ਅਤੇ ਸੇਵਕ ਕਦੇ ਰੱਜਦੇ ਨਹੀਂ ਗਏ, ਕਿਉਂਕਿ ਉਹਨੂੰ ਪਤਾ ਹੀ ਹੈ ਥੋੜ੍ਹਾ ਬਹੁਤਾ ਮਿਲਿਆ, 2 4 10 ਦਿਨ ਵਾਸਤੇ ਮਿਲ ਗਿਆ। ਪਰ ਜਦੋਂ ਤੁਹਾਡੀ ਖੁਸ਼ੀ ਮਿਲਦੀ ਹੈ, ਤਦੋਂ ਸੇਵਕ ਤ੍ਰਿਪਤ ਹੋ ਜਾਂਦਾ ਹੈ, ਉਹ ਰੱਜ ਜਾਂਦਾ ਹੈ। ਫਿਰ ਉਹਦੇ ਜਨਮਾਂਤਰਾਂ ਦੀਆਂ ਭੁੱਖਾਂ ਮਿਟ ਜਾਂਦੀਆਂ ਨੇ, ਮਾਨਸਿਕ ਤੌਰ 'ਤੇ ਵੀ, ਪਰਿਵਾਰਕ ਤੌਰ 'ਤੇ ਵੀ ਅਤੇ ਸਮਾਜਿਕ ਤੌਰ 'ਤੇ ਵੀ। ਸਾਡੇ ਇਤਿਹਾਸ ਵਿੱਚ ਕਈ ਐਸੇ ਦਰਸ਼ਨ ਮਿਲਦੇ ਨੇ। ਗੁਰਬਾਣੀ ਦੇ ਨਾਲ ਜਦੋਂ ਭਾਈ ਸਾਹਿਬ ਗੁਰਦਾਸ ਸਾਹਿਬ ਜੀ ਦੀ ਰਚਨਾਵਾਂ ਦਾ, ਪੌੜੀਆਂ ਦਾ ਕੀਰਤਨ ਕਰੀਦਾ, ਸੁਣੀਦਾ ਹੈ, ਅਤੇ ਉਹਦੇ ਵਿੱਚ ਸੁਦਾਮਾ ਦਾ ਜ਼ਿਕਰ ਆਉਂਦਾ ਹੈ ਨਾ। ਸੁਦਾਮਾ ਅਤੇ ਕ੍ਰਿਸ਼ਨ ਨੂੰ ਮਿਲਣ ਹੀ ਗਏ ਨੇ ਨਾ। ਮਨ ਵਿੱਚ ਖੁਆਇਸ਼ ਹੈ ਸੀ ਵੀ ਕੁਝ ਮੰਗਾਂਗੇ, ਉਹ ਤਾਂ ਰਾਜੇ ਹੋ ਗਏ ਨੇ, ਹੈ ਅਤੇ ਮਿੱਤਰ ਹੀ ਸਾਡੇ। ਪਰ ਜਦੋਂ
कृष्ण जी खुश हो गए, भगती अवतार ने, तो कहते ने खुश हो गए तो 4 पदार्थ सब कुछ पठाए। सुदामा तो संग दा मंग नहीं पाया, पर जदों घर पहुँचा, जदों तक घर पहुँचता है तो अपना घर ही नहीं पछाण पाता भी यही मेरा घर है। साखीकार कहते हैं कि जिथे वो कुली जी पई सी उत्थे महल मकान खड़ा होया, हैरान हो गया भी ये किसी ने कब्जा तो नहीं कर लिया साढ़े घर से, क्योंकि आउंदियां जांदियां कई महीने लंघ गए, किते घर दे जीए भजा दिते, उन ते कब्जा कर लिया होवे। डरदा डरदा घर के दरवाजे अगे खड़ा देखी जाता है, बाहर कोई तकदा है, खबर अंदर गई, देखिया सवाणी बाहर आई, उन्हें वेख्या कि बाहर डरदा डरदा खलोता देखी जाता है। आवाज़ दे के कहने लगी की गल बाहर बाहर खड़े हो, अंदर नहीं आउंदे। तो तो साखीकार नरोत्तम दास से कहते हैं कि सुदामा अपने घर वाले नहीं पछाण पाया, क्योंकि उसका लिबास, उसका खान पान 5-7 महीने च इन्ना बदल गया सी, कपड़े उसदे बदल गए सन। पुछन लगा भी तुसी कौन जे? कहन लगी तेरे मित्र दा करामात, ते उन्हें तेरे जान दी देर सी, इन्ना पदार्थ भेज दिता घर की मुकदा ही नहीं। असी बीण जी साखियाँ पढ़ते हैं, गुरु कृपा करने से बहुत सारी साखियाँ साढ़े पुराने पौराणिक इतिहास ਤੋਂ ਸਾਡੇ इतिहास ਤੋਂ मिलदियां ने। शायद जे दशमेश के कोल असां वेख्या होवे, पहाड़ां चों एक कवि महाराज दे हजूर आए, आके कविता सुनाई है, तो महाराज ने हाथी दान विच दिता, नाल मोहरां दी थैलियां भर के दित्तियां ते हाथी दान विच दे दिता है। उस वक्त इन्हां इलाकिਆਂ 'ਚ हाथी रखना वखा सी, पर महाराज ते दाते ने ना खुश हो गए कि लगे जा राज कर, मौज लै, आनंद लै। अज किते समझ आ जाए गल है साहिब की खुशी की। इस करके साडा यतन गुरसिख दा ये नहीं कि असीं कोई गिणती मिणती कर सकीए, यतन ये होवे कि मेरे साहिब खुश हो जाण। ये हो सकता कि साहिब की खुशी वास्ते असीं अलग अलग तरीके अपनाउंदे होईए, हो संभव है, क्योंकि जितने कोई मेरी मत बुद्ध है मैं अपना तरीका अपना लाँगा, तुहाडी अपनी मत बुद्ध है तुसीं अपने तरीके अपना लोगे। बाणी तो जपती साहब ही है, इस कोई दो राय नहीं। बाणी तो सुखमनी साहब का ही पाठ करते हो, सारे उही करना है, पर थोड़ा बहुता जो सानू करते ने अलग अलग दिता है उसकी वरतों अलग अलग कर लवांगे। बस जो साहिब खुश हो जाते हैं तो बरकतां पा देंदे ने। कहन लगे तौ भाणा तां तृप्त अघाए राम, ते तृप्ति का स्वरूप की है? मन थिया ठंडा। तृप्ति का मतलब ये नहीं कि घर बहुत पैसे आ गए, मकान बड़ा वड्डा बन गया, धन धान बड़ा हो गया। दुनिया दे विच बहुत लोग ने जिन्हां दे महल माड़ियाँ बहुत बहुत वड्डे ने। असां ऐसे वड्डे वड्डे घरां दे नाम सुने ने कि जिन्हां दे छत्तां ते जिन्हां दे आले दुआले सोने दे मकान ने। असीं सुणदे ना लंका सा कोट, लंका जिहदा किला है तो किहदा है, असीं कहने सोने की लंका सी। महाराज भी कहते ने कि बड़ा वड्डा घर है उहदा भाई, सोने की लंका होएगी। इन्ना वड्डा घर है पर की तृप्त है? दुनिया के होर बहुत लोग होणगे, अज भी आले दुआले किते देख लेना झात पा के, जो साडे तो साडे फील्डां 'च अमीर लोग बैठे ने, जिन्हां दे कोल अमीरी बहुत है, धन धान बहुत है, की तृप्त ने? कदे नेड़े जाके देखिए नहीं, भुखे भुखे मरू मरू करते फिरते, रुपए रुपए से गरीब का गल घुटते हैं। तो जे कोई बंदा किसी गरीब का हक मार के खा रहा है, गल घुट रहा है, तो भावें वो राज गद्दी ते क्यों नहीं बैठा होया, वो भुखा ही है, तृप्त नहीं है। वो सुभाव के अंदर उही लालच तो उही कुकर वाली भौंकना बरकरार है, जिसका जिक्र भाई साहब गुरदास नूं कहना पाया, कुत्ता राज बहाली है और चक्की चट है। भावें उन्होंने राज गद्दी ते क्यों नहीं बिठा देंदे, अगर वो अंदर लालच प्रधान है तो फिर अपनी माड़ियां हरकतां करेगा। तृप्ति की पहली निशानी मन ठंडा ठार। गुरुदेव कृपा करन सानू अनुभव होवे, साडे कोल जो कुछ भी है तो करते दा दिता ही ना, तो करते दी रात है कि साडा मन च तृप्त है, तो बेनती करे मन कृपा करो, तृप्ति बख्शिश करो। तो पहली निशानी जो कुछ मिले तो समझना जे मन शांत होने लग पिया ना, हालात घर परिवार दे ठीक है, मेरी गरीबी साढ़े को जैसी भी हैगी है,
पर जे ਇਹਦੇ ਵਿੱਚ ਰਹਿੰਦਿਆਂ ਹੋਇਆਂ ਵੀ ਮਨ ਬੇਚੈਨ ਨਹੀਂ ਹੈ, ਮਨ ਸ਼ਾਂਤ ਹੈ, ਤੇ ਸਮਝ ਲੈ ਮੇਰੇ ਸਾਹਿਬ ਦੀ ਕਿਰਪਾ ਹੈ। ਕਿਉਂਕਿ ਮਨ ਦੀ ਸ਼ਾਂਤੀ ਸਾਹਿਬ ਦੀ ਦਾਤ ਕਰਕੇ ਮਿਲਦੀ ਹੈ। ਪਦਾਰਥ ਤੇ ਚੋਰੀ ਕਰਕੇ ਵੀ ਆ ਜਾਂਦੇ ਨੇ, ਧਨ ਤੇ ਲੋਕ ਡਾਕਾ ਮਾਰ ਕੇ ਵੀ ਲੈ ਆਉਂਦੇ ਨੇ, ਪਰਾਇਆ ਹੱਕ ਮਾਰ ਕੇ ਵੀ ਚੁੱਕ ਲੈਂਦੇ ਨੇ, ਧਨ ਤੇ ਮਾੜੇ ਕਰਮ ਕਰਕੇ ਵੀ ਮਿਲ ਜਾਂਦਾ ਹੈ, ਪਰ ਸ਼ਾਂਤੀ ਨਹੀਂ ਜੇ ਮਿਲਦੀ। ਅੱਜ ਮਹਾਰਾਜ ਨੇ ਪਹਿਲੀ ਜੋ ਤ੍ਰਿਪਤੀ ਦੀ ਪਹਿਲੀ ਨਿਸ਼ਾਨੀ, ਮਨ ਥੀਆ ਠੰਡਾ, ਮਨ ਸ਼ਾਂਤ ਹੋ ਜਾਂਦਾ ਹੈ, ਮਨ ਦੀਆਂ ਬੇਚੈਨੀਆਂ ਮਿਟ ਜਾਂਦੀਆਂ ਨੇ, ਜਿਸ ਨੂੰ ਅਸੀਂ ਸ਼ਾਂਤੀ ਕਹਿੰਦੇ। ਤੇ ਕਦੋਂ ਮਿਲਦੀ ਹੈ? ਜਦੋਂ ਸਾਨੂੰ ਕੀ ਕਰਨਾ ਹੈ ਤਾਂ ਕਿ ਸਾਹਿਬ ਖੁਸ਼ੀ ਕਰਨ, ਤੇ ਸਾਨੂੰ ਜੁਗਤ ਦਿੱਤੀ ਗਈ ਹੈ, ਰਸਨਾ ਗੁਣ ਗੋਪਾਲ ਨਿਤ ਗਾਇਨ। ਇਹਨਾਂ ਰਸਨਾ ਕਰਕੇ ਮਿਲੀ ਹੈ ਨਾ, ਗਰਪਿਆ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਤਨਾ ਸਮਾਂ ਸਵੇਰੇ ਉੱਠ ਕੇ ਲੱਗਦਾ ਹੈ ਆਪਣਾ ਨਿਤਨੇਮ ਭਜਨ ਕੀਰਤਨ ਕੀ ਕਰ ਦਿਓ, ਆਪੋ ਆਪਣਾ ਹੈ। ਹੁਕਮ ਹੈ 5 ਬਾਣੀਆਂ ਕਰੋ, ਪਰ ਆਪਣਾ ਤੁਸੀਂ ਕੀ ਕਰਦੇ ਹੋ? ਉਹ ਤੇ ਹੁਕਮ ਦੀ ਤਾਮੀਲ ਕਿਸ ਰੂਪ 'ਚ ਕੋਈ ਕਰਦਾ ਅਲੱਗ ਅਲੱਗ ਬਾਤ ਹੈ, ਪਰ ਨਿਜ ਵੱਲੋਂ ਕੀ ਕਰਦੇ ਹੋ? ਆਪਣਾ ਕੀ ਕਰਦੇ ਹੋ? ਕਦੇ ਗੌਰ ਕੀਤੇ? ਹੁਕਮ ਤੇ ਇੱਕ ਡਿਊਟੀ ਬਣ ਗਈ ਨਾ, ਪਰ ਤੁਸਾਂ ਕੀ ਪਾਇਆ ਉਹਦੇ ਵਿੱਚ? ਆਪਣਾ ਕੁਝ ਕਰੀਏ। ਗੁਰ ਸਤਿਗੁਰ ਕਾ ਜੋ ਸਿੱਖਿਆ ਖਾਏ। ਅੱਜ ਚੌਥੇ ਪਾਤਸ਼ਾਹ ਸਾਹਿਬ ਜੀ ਕਾ ਗੁਰਤਾ ਗਦੀ ਤੇ ਕੀ ਕਹਿੰਦੇ ਨੇ? ਗੁਰ ਸਤਿਗੁਰ ਕਾ ਜੋ ਸਿੱਖਾ ਖਾਏ, ਸੋ ਭੜ ਕੇ ਉਠ ਹਰ ਨਾਮ ਤੇ ਆਵੇ। ਉਹ ਭਾਈ ਜਪਿਆ ਕਰੋ, ਭਾਵੇਂ 2-4 ਮਿੰਟ ਹੀ ਬਹਿ ਜਾਇਆ ਕਰੋ। ਪੁਰਾਣੇ ਗੁਰਮੁਖਾਂ ਦੀ ਸੰਗਤਾਂ ਕ੍ਰਿਤ ਪਤਾ ਲੱਗਦਾ, ਭਾਵੇਂ 5 ਵਾਰ ਹੀ ਉੱਠ ਕੇ ਵਾਹਿਗੁਰੂ ਵਾਹਿਗੁਰੂ ਕਹਿ ਲਓ। ਭਾਈ ਸਾਹਿਬ ਕਿਹਾ ਕਰਦੇ ਸੀ, ਭਾਵੇਂ ਉੱਠ ਕੇ 5 ਵਾਰ ਹੀ ਜੇ ਤੱਥੋਂ ਵਾਹਿਗੁਰੂ ਵਾਹਿਗੁਰੂ ਨਹੀਂ ਜਪਿਆ ਗਿਆ, ਨਹੀਂ ਕੁਝ ਹੋਰ ਸਕਿਆ, ਤੇ ਉੱਠਣ ਲੱਗੇ ਇੰਨਾ ਇੱਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਉਹ 5 ਵਾਰ ਇਹੀ ਕਹਿ ਦਿਓ, 5 ਵਾਰ ਸਤਿਨਾਮ ਵਾਹਿਗੁਰੂ ਕਹਿ ਲਓ। ਕੁਛ ਤੇ ਕਰੋ, ਕੁਛ ਤੇ ਕਰੋ ਨਾ, ਉੱਠਦਿਆਂ ਸਖਣੇ ਤੇ ਨਹੀਂ। ਆ ਸਾਡਾ ਪੁਰਾਣਾ ਸ਼ਬਦ ਹੈ, ਸੁੱਚਾ ਮੂੰਹ। ਮੂੰਹ ਸੁੱਚਾ ਕਿੱਦਾਂ ਹੋਏਗਾ? ਕੁਝ ਜਪੋਗੇ ਤਾਂ ਸੁੱਚਾ ਹੋਏਗਾ। ਇਹ ਥੋੜ੍ਹਾ ਕਿ ਰਾਤ ਤੋਂ ਕੁਝ ਖਾਧਾ ਨਹੀਂ ਤੇ ਮੂੰਹ ਸੁੱਚਾ ਹੈ, ਨਹੀਂ ਉੱਤੇ ਰਾਤ ਦੀ ਖਾਣੇ ਦੀ ਜੂਠਨ ਭਰੀ ਹੈ। ਮੂੰਹ ਸੁੱਚਾ ਹੁੰਦਾ ਜੇ ਨਾਰਾਮ ਨਾਮ ਕਹਿਤ ਗੋਬਿੰਦ ਕਾ, ਸੂਚੀ ਭਈ ਰਸਨਾ। ਉੱਠ ਕੇ 2 ਵਾਰ 4 ਵਾਰ 10 ਵਾਰ 5 ਵਾਰ ਹੀ ਵਾਹਿਗੁਰੂ ਵਾਹਿਗੁਰੂ ਕਹਿ ਲਓ, ਰਸਨਾ ਸੂਚੀ ਹੋ ਜਾਏਗੀ। ਤੇ ਫਿਰ ਸੁਸੂ ਦੀ ਸੁਚਮਤਾ ਨੂੰ ਬਰਕਰਾਰ ਰੱਖਣਾ। ਇੱਕ ਵਾਰ ਹੱਥ ਧੋ ਲਈਏ, ਇਸ਼ਨਾਨ ਪਾਨ ਕਰ ਲਈਏ, ਤੇ ਕੋਸ਼ਿਸ਼ ਕਰੀਦੀ ਹੈ ਨਾ ਕਿ ਭਈ ਕੁਝ ਸਮੇਂ ਤੱਕ ਪਵਿੱਤਰਤਾ ਕਾਇਮ ਰਹੇ, ਕੋਈ ਮੇਰੇ 'ਤੇ ਜੂਠੇ ਹੱਥ ਨਾ ਲੱਗਣ, ਬਸ ਮਾੜੇ ਮੈਲੇ ਥਾਂ ਨਾ ਜਾਈਏ, ਨਹੀਂ ਤੇ ਫਿਰ ਨਹਾਉਣਾ ਪਏਗਾ। ਉਹ ਭਾਈ ਇੱਕ ਵਾਰ ਵਾਹਿਗੁਰੂ ਵਾਹਿਗੁਰੂ ਕਰ ਲਿਆ ਜੇ, ਫਿਰ ਰਸਨਾ ਦੀ ਸੁਚਮਤਾ ਨੂੰ ਬਰਕਰਾਰ ਰੱਖਣਾ। ਤੇ ਰਸਨਾ ਦੀ ਸੁਚਮਤਾ ਕੀ ਹੈ? ਇਸ ਰਸਨਾ 'ਤੇ ਗਾਲੀ ਗਲੌਜ਼ ਨਾ ਆ ਪਾਵੇ, ਇਸ ਰਸਨਾ 'ਤੇ ਝੂਠ ਕੂੜ ਨਾ ਆ ਪਾਵੇ। ਰਸਨਾ ਸੁੱਚੀ ਰਹੇ, ਰਸਨਾ ਸੁੱਚੀ ਰਹੇਗੀ ਤੇ ਸੱਚ ਵੀ ਪ੍ਰਾਪਤ ਹੋ ਜਾਏਗਾ। ਪਹਿਲੀ ਨਿਸ਼ਾਨੀ ਮਹਾਰਾਜ ਨੇ ਦਿੱਤੀ ਹੈ, ਮਨ ਥੀਆ ਠੰਡਾ, ਮਨ ਠੰਡਾ ਹੋ ਗਿਆ। ਦੂਜੀ ਗੱਲ ਕੀ? ਸਭ ਤ੍ਰਿਸ਼ਨ ਬੁਝਾਏ ਰਾਮ। ਮਨ ਕਦੋਂ ਸ਼ਾਂਤ ਹੁੰਦਾ ਹੈ, ਮਨ ਕਦੋਂ ਠੰਡਾ ਹੁੰਦਾ ਹੈ? ਜਦੋਂ ਤ੍ਰਿਸ਼ਨਾ ਬੁਝਦੀ ਹੈ। ਤੇ ਜਿੰਨਾ ਚਿਰ ਕਿਸੇ ਮਨੁੱਖ ਦੇ ਅੰਦਰ ਤ੍ਰਿਸ਼ਨਾ ਭਰੀ ਰਹੇਗੀ, ਕੀ ਮਨ ਸ਼ਾਂਤ ਹੋਵੇਗਾ? ਕਲਪਨਾ ਕਰੀਏ, ਅਸਾਂ ਚੁੱਲ੍ਹੇ 'ਤੇ ਕੋਈ ਪਤੀਲਾ ਧਰ ਕੇ ਉਹ 'ਚ ਕੋਈ ਸਾਜੋ ਸਮਾਨ ਰੱਖਿਆ ਹੋਏ, ਉਹ ਉਬਲ ਰਿਹਾ ਹੈ, ਅਸੀਂ ਕਹਿੰਦੇ ਉਬਲੇ ਨਾ, ਅਸੀਂ ਉਤੋਂ ਫੂਕਾ ਮਾਰਦੇ ਹਾਂ, ਉਤੋਂ ਕੁਛ ਹੋਰ ਪਦਾਰਥ ਪਾ ਦੇਨੇ ਆ ਵੇਖਿਆ ਹੋਣਾ, ਉਤੋਂ ਕੋਈ ਫੂਕਾ ਮਾਰਦਾ, ਉੱਤੇ ਕੋਈ ਹਵਾ ਕਰਦਾ ਪਿਆ, ਉੱਤੇ ਕੋਈ ਠੰਡਾ ਪਾਣੀ ਪਾ ਰਿਹਾ, ਪਰ ਕੀ ਇੱਦਾਂ ਉਹਦਾ ਉਬਲਣਾ ਬੰਦ ਹੋ ਜਾਏਗਾ? ਨਹੀਂ, ਸਭ ਕੁਝ ਟੈਂਪਰੇਰੀ ਹੈ। ਭਈ ਤੁਸੀਂ 2 ਫੂਕਾ ਮਾਰ ਦਿਓਗੇ 1-2 ਮਿੰਟ ਵਾਸਤੇ ਠੰਡਾ, ਉੱਤੋਂ ਪਾਣੀ ਪਾ ਦਿਓਗੇ 5-7 ਪਲਾਂ ਵਾਸਤੇ ਠੰਡਾ, ਪਰ ਥੱਲੇ ਤੇ ਅੱਗ ਬਲਦੀ ਪਈ ਹੈ ਨਾ। ਜਿੰਨਾ ਚਿਰ ਉਹ ਅੱਗ ਨਹੀਂ ਬੁਝਦੀ, ਉਨਾ ਚਿਰ ਉਹਦਾ ਉਬਲਣਾ ਬਰਕਰਾਰ ਰਹੇਗਾ। ਤੇ ਭਾਈ ਜੇ ਤੁਸੀਂ ਆਪਣੇ ਪਤੀਲੇ ਨੂੰ ਉਬਲਣਾ ਰੋਕਣਾ ਚਾਹੁੰਦੇ ਹੋ ਤੇ ਉਹਦੀ ਅੱਗ ਬੁਝਾ ਦਿਓ, ਆਪਣੇ ਆਪ ਉਹਨੇ ਸਮਾਂ ਪਾ ਕੇ ਸ਼ਾਂਤ ਹੋ ਜਾਣਾ। ਸਾਡੇ ਮਨ ਦੀ ਬੇਚੈਨੀ ਕਿਉਂ ਹੈ? ਕਿਉਂਕਿ ਸਾਡੇ ਮਨ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਬਲਦੀ ਪਈ ਹੈ। ਤੇ ਤ੍ਰਿਸ਼ਨਾ ਦੀ ਅੱਗ ਨੂੰ ਸਮਝਣਾ ਹੋਵੇ ਨਾ, ਕੀ ਇਕੱਠਾ ਹੋ ਕੇ ਤ੍ਰਿਸ਼ਨਾ ਬਣਦੀ ਹੈ। ਮਹਾਰਾਜ ਦੀਆਂ ਕੁਝ ਗੱਲਾਂ ਕੋਲ ਬਾਣੀ 'ਚੋਂ ਹੌਲੀ ਹੌਲੀ ਸਮਝੀਏ। 4 ਚੀਜ਼ਾਂ ਅਗਰ ਸਾਡੇ ਅੰਦਰ ਨੇ ਤੇ ਤ੍ਰਿਸ਼ਨਾ ਦੀ ਅੱਗ ਬਲਦੀ। ਜਿਵੇਂ ਅਸੀਂ ਹੁਣ ਤਾਂ ਚਲੋ ਗੈਸ ਬਾਲਦੇ ਹਾਂ, ਜਿਹਨ ਲੱਕੜਾਂ ਬਾਲੀ ਉਹਨਾਂ ਨੂੰ ਪਤਾ ਹੋਏਗਾ, ਚੁੱਲ੍ਹੇ 'ਚ ਸਿੰਗਲ ਲੱਕੜ ਦੇ ਨਾਲ ਅੱਗ ਵਧੀਆ ਨਹੀਂ ਬਲਦੀ। ਠੀਕ ਹੈ, ਅੱਗ ਤੇ ਲੱਗ ਜਾਂਦੀ, ਲੇਕਿਨ ਉਹਦਾ ਸੇਕ ਵਧੀਆ ਨਹੀਂ ਹੁੰਦਾ। 2 ਲੱਕੜਾਂ ਰੱਖ ਦਿੰਦੇ ਹੋ, ਥੋੜ੍ਹਾ ਜਿਹਾ ਅੱਗ ਵਧੀਆ,
3 रकड़ां रखतीਆਂ 4 रख ਦਿੱਤੀਆਂ, ਹੁਣ ਭੱਠੀ ਚੱਲ ਪਏਗੀ, ਅੱਗ ਬਲ ਜਾਏਗੀ। ਸਾਡੇ ਅੰਦਰ ਵੀ 4 ਧਾਰਾਵਾਂ ਜੇ ਜਿਹੜੀਆਂ ਇਕੱਠੀਆਂ ਹੁੰਦੀਆਂ ਨੇ ਤੇ ਤ੍ਰਿਸ਼ਨਾ ਦੀ ਅੱਗ ਭਾਂਬੜ ਮੱਚਦੇ ਨੇ, ਫਿਰ ਉਹ ਬੁਝਦੇ ਨਹੀਂ ਗੇ। ਪਾਠ ਕਰਦਿਆਂ ਆਪਣੇ ਪੜ੍ਹਨਾ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਇਹ ਸਾਡੇ ਅੰਦਰ 4 ਧਾਰਾਵਾਂ ਨੇ ਨਦੀ ਦੀਆਂ, ਜੋ ਅੱਗ ਦੀਆਂ ਨਦੀਆਂ ਨੇ। ਦੁਨੀਆ ਦੀ ਨਦੀਆਂ 'ਤੇ ਪਾਣੀ ਵਗਦਾ ਹੈ ਨਾ, ਪਰ ਸਾਡੇ ਅੰਤਸ਼ਕਰਨ ਹਿਰਦੇ ਦੇ ਇਸ ਖੇਤਰ ਦੇ ਵਿੱਚ ਜੋ ਨਦੀਆਂ ਨੇ ਉਹਨਾਂ 'ਚ ਅੱਗ ਵਗਦੀ ਪਈ ਹੈ। ਹੰਸ ਹੇਤ ਲੋਭ ਕੋਪ। ਹੰਸ ਕਹਿੰਦੇ ਨੇ ਹਿੰਸਾ, ਅਤੇ ਹਿੰਸਾ ਦੀ ਬਿਰਤੀ ਉਹ ਹੈ ਜੋ ਦੂਜੇ ਨੂੰ ਦੁੱਖ ਦੇ ਕੇ ਬੰਦਾ ਖੁਸ਼ ਹੋਵੇ। ਅਗਰ ਇਹ ਬਿਰਤੀ ਹੈ ਸਾਡੇ ਅੰਦਰ ਵੀ ਸਾਹਮਣੇ ਕੋਈ ਵੀ ਹੈ, ਭਾਵੇਂ ਭੈਣ ਭਰਾ ਹੈ, ਭਾਵੇਂ ਮਿੱਤਰ ਹੈ, ਕੋਈ ਵੀ ਅਪਰਾਧ, ਅਗਰ ਉਹਦੀ ਪੀੜਾ ਦੇਖ ਕੇ ਸਾਨੂੰ ਖੁਸ਼ੀ ਜੀ ਮਹਿਸੂਸ ਹੁੰਦੀ ਹੈ ਤੇ ਸਾਡੇ ਅੰਦਰ ਹਿੰਸਾ ਹੈ। ਮਹਾਰਾਜ ਦਾ ਇੱਕ ਬਚਨ ਹੈ, ਭਾਈ ਸਾਹਿਬ ਭਾਈ ਵੀਰ ਸਿੰਘ ਨੇ ਜ਼ਿਕਰ ਕੀਤਾ ਹੈ, ਦਰਦ ਦੇਖ ਦੁੱਖ ਆਂਦਾ। ਸਾਹਮਣੇ ਵਾਲੇ ਕਿਸੇ ਵਿਅਕਤੀ ਨੂੰ ਦਰਦ ਹੈ, ਪੀੜਾ ਹੈ, ਦੁਖੀ ਕਿਸੇ ਕਾਰਨ, ਅਸੀਂ ਉਹਦਾ ਦਰਦ ਮਿਟਾ ਨਹੀਂ ਪਾ ਰਹੇ। ਠੀਕ ਹੈ, ਸਾਡੀ ਸਮਰੱਥਾ, ਸਾਡੀ ਤਾਬ, ਸਾਡਾ ਬਲ ਇਤਨਾ ਨਹੀਂ ਹੈ ਕਿ ਅਸੀਂ ਉਹਦੀ ਪੀੜਾ ਮਿਟਾ ਸਕੀਏ, ਉਹਦੀ ਮਦਦ ਕਰ ਸਕਦੇ, ਸਾਡੇ ਕੋਲ ਇਤਨੀ ਸ਼ਕਤੀ ਨਹੀਂ ਹੈ। ਪਰ ਕੀ ਤੁਹਾਡੇ ਮਨ 'ਚ ਉਹਦੇ ਪ੍ਰਤੀ ਤਰਸ ਆਉਂਦਾ ਹੈ? ਉਹਦੀ ਤਕਲੀਫ ਨੂੰ ਦੇਖ ਕੇ, ਉਹਦੀ ਪੀੜਾ ਨੂੰ ਦੇਖ ਕੇ ਤੁਹਾਡੇ ਮਨ 'ਚ ਕੀ ਖੁਸ਼ੀ ਆਈ ਹੈ? ਜੇ ਤੁਹਾਡੇ ਮਨ ਵਿੱਚ ਤਰਸ ਆਇਆ ਹੈ। ਬਹੁਤ ਲੋਕ ਨੇ ਜੋ ਕਿਸੇ ਨੂੰ ਪੀੜਿਤ ਕਰਕੇ ਅਗਲੇ ਦੀ ਤਰਦ ਭਰੀਆਂ ਆਹਾਂ ਤੇ ਉਹਦੀਆਂ ਚੀਕਾਂ 'ਤੇ ਆਨੰਦ ਲੈਂਦੇ ਨੇ। ਇਹਦਾ ਮਤਲਬ ਉਹਨਾਂ ਦੇ ਹਿੰਸਾ ਪ੍ਰਵਰਤੀ ਹੈ। ਦੂਜੇ ਦੇ ਦੁੱਖ ਨੂੰ ਦੇਖ ਕੇ ਅਗਰ ਸਾਡੇ ਅੰਦਰ ਤਰਸ ਨਹੀਂ ਹੁੰਦਾ ਤੇ ਸਮਝ ਲੈ ਸਾਡੇ ਅੰਦਰ ਵੀ ਹਿੰਸਾ ਦੀ ਆਦਤ ਹੈ। ਹਿੰਸਕ ਪਸ਼ੂਆਂ ਸੀ, ਜਿਹੜਾ ਦੂਜੇ ਤੜਫਦੇ ਨੂੰ ਖਾਂਦਾ ਹੈ ਤੇ ਆਪਣਾ ਤੇ ਢਿੱਡ ਭਰਦਾ ਹੈ, ਤੇ ਕਦੇ ਕਲਪਨਾ ਕਰਨਾ ਜਿਸ ਨੂੰ ਖਾ ਰਿਹਾ ਉਹਨੂੰ ਕਿੰਨੀ ਪੀੜਾ ਹੋ ਰਹੀ ਹੈ। ਇਹ ਸਾਡੇ ਅੰਦਰ ਵੀ ਇਹ ਹਿੰਸਾ। ਹੇਤ, ਹੇਤ ਦਾ ਮਤਲਬ ਦਾ ਮੋਹ। ਮੋਹ ਵਿੱਚ ਕਹਿੰਦਾ ਆਪਣਿਆਂ ਨੂੰ ਪਕੜੀਦਾ, ਬਚਾਈਦਾ, ਤੇ ਦੂਜੇ ਤੜਪਦੇ ਰਹਿਣ, ਤੇ ਦੂਜੇ ਦੀ ਪਰਵਾਹ ਨਹੀਂ ਕਰਦੇ, ਸਾਡੇ ਅੰਦਰ ਹੈ। ਫਿਰ ਲਾਲਚ ਵੀ ਹੈ, ਲੋਭ ਅਤੇ ਕੋਪ, ਗੁੱਸਾ ਵੀ ਹੈ। ਇਹ ਚਾਰੇ ਚੀਜ਼ਾਂ ਜਦ ਇਕੱਠੀਆਂ ਹੁੰਦੀਆਂ ਨੇ ਅਤੇ ਸਾਡੇ ਅੰਦਰ ਅੱਗ ਬਲ ਪੈਂਦੀ ਹੈ। ਜਿਵੇਂ ਆ ਵਿਗਿਆਨ ਪੜ੍ਹਨ ਵਾਲੇ ਕਹਿੰਦੇ ਨਾ, ਕੁਝ ਚੀਜ਼ਾਂ ਹਵਾ ਦੀਆਂ ਇਕੱਠੀਆਂ ਹੋ ਜਾਣ ਅਤੇ ਪਾਣੀ ਬਣ ਜਾਂਦਾ ਹੈ। ਇਹ ਵਿਗਿਆਨ ਕੋਈ ਕੱਢਦਾ ਨਾ ਕਿ ਕੁਝ ਤੱਤ ਹਵਾ ਦੇ ਇਕੱਠੇ ਹੋ ਜਾਣਗੇ ਅਤੇ ਇੱਕ ਖਾਸ ਮਾਤਰਾ 'ਚ ਪਾਣੀ ਬਣ ਜਾਏਗਾ। ਔਰ ਇਹ ਵੀ ਉਹ ਮੰਨਦੇ ਨੇ ਕਿ ਕੁਝ ਖਾਸ ਮਾਤਰਾ ਇਕੱਠੀ ਹੋਵੇ ਤਾਂ ਉੱਤੇ ਪਾਣੀ ਵੀ ਛਿੜਕੋ ਅਤੇ ਅੱਗ ਲੱਗ ਜਾਂਦੀ ਹੈ। ਆ ਜਾਦੂਗਰ ਤਮਾਸ਼ਾ ਦੇਖਣ ਵਾਲੇ ਪਾਣੀ ਛਿੜਕ ਰਹੇ ਅਤੇ ਅੱਗ ਲੱਗ ਜਾਂਦੀ ਹੈ। ਉਹ ਕੋਈ ਹੁਕਮ ਥੋੜ੍ਹਾ ਹੈ, ਉਹ ਰਸਾਇਣ ਵਿਗਿਆਨ ਹੈ। ਥੱਲੇ ਕੋਈ ਪਦਾਰਥ ਰੱਖਿਆ ਸੋਡੀਅਮ ਵਰਗਾ, ਉੱਤੇ ਪਾਣੀ ਛਿੜਕੇ ਅੱਗ ਲੱਗ ਗਈ। ਇਹ 4 ਚੀਜ਼ਾਂ ਜਦੋਂ ਸਾਡੇ ਅੰਦਰ ਇਕੱਠੀਆਂ ਹੁੰਦੀਆਂ ਨੇ ਅਤੇ ਸਮਝ ਲਓ ਸਾਡੇ ਅੰਦਰ ਤ੍ਰਿਸ਼ਨਾ ਦੀ ਅੱਗ ਬਲਣ ਲੱਗ ਪੈਂਦੀ ਹੈ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੈ ਦੱਜੈ ਨਾਨਕਾ ਤਰੀਐ ਕਰਮੀ ਲੱਗ। ਭਾਗਾਂ ਦੇ ਸਦਕੇ ਇਹਨਾਂ ਤੋਂ ਪਾਰ ਤਰੀਦਾ ਹੈ। ਅਤੇ ਭਾਗ ਕਦੋਂ ਬਣਦੇ? ਸੰਗਤ ਵਿੱਚ ਆ ਕੇ। ਗੁਰੂ ਕੀ ਬੇਨਤੀ, ਮਹਾਰਾਜ ਕਿਰਪਾ ਕਰ ਬਖਸ਼ ਲਓ। ਮਹਾਰਾਜ ਕਹਿੰਦੇ ਜਦੋਂ ਕਰਤੇ ਪੁਰਖ ਨੂੰ ਚੰਗੇ ਲੱਗੇ ਨਾ ਅਸੀਂ, ਉਹਨੇ ਸਾਡਾ ਮਨ ਸ਼ਾਂਤ ਕੀਤਾ, ਅਤੇ ਮਨ ਸ਼ਾਂਤ ਕਰਨ ਉਸ ਉੱਤੋਂ ਨਹੀਂ ਪਾਇਆ, ਉਹਨੇ ਸਾਡੀਆਂ ਇਹ 4 ਜੋ ਅੱਗ ਬਲਣੀ ਧਾਰਾਵਾਂ ਸਨ ਇਹ ਬੁਝਾ ਦਿੱਤੀਆਂ। ਪਰ ਪੜ੍ਹਦੇ ਹੋ ਆਪ ਤੇ, ਤ੍ਰਿਸ਼ਨਾ ਬੂਝੈ ਹਰਿ ਕੈ ਨਾਮ। ਜਿਉਂ ਅਸੀਂ ਵਾਹਿਗੁਰੂ ਜਪਦੇ ਹਾਂ ਨਾ, ਪਰ ਤਿਉਂ ਕਰਤੇ ਦੀ ਕਿਰਪਾ ਸਦਕੇ ਨਾਮ ਦੀ ਦਾਤ ਮਿਲਦੀ, ਅਤੇ ਨਾਮ ਸਾਡੇ ਅੰਦਰ ਦੀ ਤ੍ਰਿਸ਼ਨਾ ਬੁਝਾਉਂਦਾ। ਬੜਾ ਪਿਆਰਾ ਬਚਨ ਆਪਣੇ ਕਈ ਵਾਰ ਪਾਠ ਕਰਦੇ ਪੜ੍ਹਿਆ ਕਿ ਜਲਤੋ ਬਲਤੋ ਤੌਕਿਆ। ਅੱਜ ਤੇ ਕਿਤੇ ਮੈਦਾਨਾਂ 'ਚ ਅੱਗ ਲੱਗੀ ਹੁੰਦੀ ਆ, ਕਿਤੇ ਅੱਗ ਲੱਗੀ ਹੋ ਤੇ ਕੀ ਕਰਦੇ ਹੋ? ਅਤੇ ਪਾਣੀ ਛਿੜਕ ਦਿੰਦੇ ਹੋ। ਪਾਣੀ ਅਤੇ ਛਿੜਕਣ ਨੂੰ ਅੱਜ ਅਸੀਂ ਛਿੜਕਣਾ ਕਹਿੰਦੇ ਨੇ। ਪੁਰਾਣਾ ਸ਼ਬਦ ਸੀ ਜੋ ਹੁਣ ਸਾਡੇ ਬੋਲਚਾ ਚਲਿਆ ਗਿਆ। ਤੌਕ ਦਿੱਤਾ, ਛਿੜਕ ਦਿੱਤਾ, ਤਰੌਕ ਦਿੱਤਾ। ਜਲਤੋ ਬਲਤੋ ਤੌਕਿਆ। ਜਲਦੇ ਸਾਂ ਅਸੀਂ, ਬਲਦੇ ਸਾਂ ਅਸੀਂ, ਸਾਡੇ ਉੱਤੇ ਗੁਰੂ ਸਾਹਿਬ ਨੇ ਜਲ ਛਿੜਕ ਦਿੱਤਾ। ਜਲਤੋ ਬਲਤੋ ਤੌਕਿਆ। ਕਿਆ ਤੌਕਿਆ, ਕਿਆ ਛਿੜਕਿਆ? ਗੁਰ ਚੰਦਨ ਸ਼ੀਤ ਲਾਇਓ। ਗੁਰੂ ਨੇ ਆਪਣੇ ਨਾਮ ਚੰਦਨ ਦਾ ਛਿੜਕਾਵ ਕਰ ਦਿੱਤਾ, ਜਿਸ ਦੇ ਸਦਕੇ ਸਾਡੇ ਅੰਦਰ ਦੀ ਅੱਗ ਬੁਝ ਗਈ, ਤ੍ਰਿਸ਼ਨਾ ਬੁਝ ਗਈ। ਤ੍ਰਿਸ਼ਨਾ ਬੁਝ ਗਈ ਅਤੇ ਮਨ ਸ਼ਾਂਤ ਹੋ ਗਿਆ। ਮਹਾਰਾਜ ਦੀ ਕਿਰਪਾ ਦੀ ਨਿਸ਼ਾਨੀਆਂ ਮਨ ਸ਼ਾਂਤ ਹੋਣ ਲੱਗ ਪਵੇ। ਜਿਸ ਦਿਨ ਮਨ ਸ਼ਾਂਤ ਹੋ ਜਾਏ
ਤੇ ਸ਼ਾਂਤ ਮਨ ਦੀ ਨਿਸ਼ਾਨੀ ਇਹ ਹੈ ਕਿ ਅਡੋਲ ਸਹਿਜ ਵਿੱਚ ਟਿਕ ਗਿਆ। ਹੁਣ ਕਿਸੇ ਪ੍ਰਕਾਰ ਦੀ ਭਟਕਣਾ 'ਚ ਨਹੀਂ ਹੈ, ਕਿਸੇ ਪ੍ਰਕਾਰ ਦੇ ਤੌਖਲੇ 'ਚ ਨਹੀਂ ਹੈ, ਕੋਈ ਕੀ ਕਹਿੰਦਾ ਹੈ ਇਹਦੀ ਪ੍ਰਭਾਵ ਵੀ ਨਹੀਂ ਪੜਦਾ। ਤੀਸਰੇ ਪਾਤਸ਼ਾਹ ਤੇ ਚੌਥੇ ਪਾਤਸ਼ਾਹ ਸਭ ਦੀਆਂ ਸਾਖੀਆਂ ਨਾਲ ਅਸੀਂ ਜੋ ਵਾਰਤਾਵਾਂ ਪੜ੍ਹਦੇ ਹਾਂ, ਦੇਖਦੇ ਹਾਂ ਤੇ ਪਤਾ ਲੱਗਦਾ ਹੈ ਸ਼ਾਂਤ ਮਨ ਦੀ ਸਹਿਜ ਅਵਸਥਾ ਕੈਸੀ ਹੋ ਸਕੇ। ਸਾਡੇ ਕੋਲ ਦੋ ਵਡੇਰੇ ਗੁਰਮੁਖਾਂ ਦਾ ਜ਼ਿਕਰ ਹੈ, ਆਪਨੇ ਉਹਨਾਂ ਦੇ ਕਈ ਵਾਰ ਨਾਮ ਪੜ੍ਹੇ ਸੁਣੇ ਨੇ, ਬਾਬਾ ਤੇਜਾ ਸਿੰਘ ਜੀ ਤੇ ਬਾਬਾ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ, ਬੜੇ ਵੱਡੇ ਨਾਮ ਨੇ ਬਾਬਾ ਅਤਰ ਸਿੰਘ ਜੀ ਮਸਤੂਆਣਾ ਵਾਲੇ, ਤੇ ਉਹਨਾਂ ਦੇ ਸੰਗੀ ਬਾਬਾ ਤੇਜਾ ਸਿੰਘ ਜੀ। ਆਪ ਨੂੰ ਪਤਾ ਹੈ ਕਿ ਸ਼ਾਇਦ ਵਕਤ ਦੇ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਬਾਬਾ ਤੇਜਾ ਸਿੰਘ ਜੀ ਨੇ। ਹਾਰਵਰਡ ਤੋਂ ਐਮਏ ਕੀਤੀ ਹੈ, ਕੈਂਬਰਿਜ ਤੋਂ ਜਾ ਕੇ ਐਮਏ ਕੀਤੀ ਹੋਈ, ਬਹੁਤ ਵੱਡੀਆਂ ਡਿਗਰੀਆਂ ਨੇ। ਅੱਜ ਜੋ ਕੈਨੇਡਾ ਦੇ ਵਿੱਚ ਸਿੱਖ ਬੈਠੇ ਨੇ, ਖਾਸ ਕਰਕੇ ਹਿੰਦੁਸਤਾਨ ਤੇ ਸਿੱਖ ਮੰਡਲ ਬੈਠਾ ਹੈ, ਇਹ ਬਾਬਾ ਤੇਜਾ ਸਿੰਘ ਦੀ ਮਿਹਰਬਾਨੀ ਕਰਕੇ ਉਹਨਾਂ ਨੇ ਕੈਨੇਡੀਅਨ ਗੌਰਮੈਂਟ ਦੇ ਨਾਲ ਕਈ ਸਾਲ ਦਾ ਕੇਸ ਲੜ ਕੇ ਸਾਡੇ ਇੰਡੀਅਨਸ ਲੋਕਾਂ ਨੂੰ ਕੈਨੇਡਾ ਵਿੱਚ ਵਸਣ ਦਾ ਹੱਕ ਦਿਵਾਇਆ। ਖੈਰ ਇਕੱਠੇ ਬੈਠੇ ਨੇ ਇੱਕ ਵਾਰ, ਬਾਬਾ ਅਤਰ ਸਿੰਘ ਜੀ ਵਡੇਰੇ ਨੇ, ਜਦੋਂ ਸਾਰਾ ਕੁਝ ਬਿਤਾ ਕੇ ਵਿਦੇਸ਼ ਯਾਤਰਾਵਾਂ ਕਰਕੇ ਵੱਡੇ ਵੱਡੇ ਕਾਰਨਾਮੇ ਕਰਕੇ ਇੱਕ ਮਾਣ ਸਨਮਾਨ ਸਿਰਪਾਓ ਮਿਲੇ, ਵਾਪਸ ਆਏ ਤੇ ਬਾਬਾ ਅਤਰ ਸਿੰਘ ਜੀ ਮਿਲੇ, ਕਹਿਣ ਲੱਗੇ ਤੇਜਾ ਸਿੰਘ ਤੁਸੀਂ ਤੇ ਵਾਹਵਾ ਮਾਣ ਸਨਮਾਨ ਖੱਟ ਲਿਆ। ਕਹਿਣ ਲੱਗੇ ਤੁਹਾਡੀ ਅਸੀਸ ਸਦਕੇ ਹੈ, ਮਾਣ ਸਨਮਾਨ ਮਿਲਿਆ ਤੇ ਤੁਸੀਂ ਵੱਡੇ ਹੋ, ਤੁਹਾਡੀਆਂ ਅਸੀਸਾਂ ਸਦਕੇ ਹੀ ਹੈ। ਚਲੋ ਗੱਲਬਾਤ ਹੋਈ। ਬਾਬਾ ਤੇਜਾ ਸਿੰਘ ਜੀ ਕਹਿਣ ਲੱਗੇ ਮਹਾਰਾਜ ਅਸੀਂ ਬਾਣੀ ਪੜ੍ਹਦੇ ਹਾਂ, ਸਹਿਜ ਦੀਆਂ ਅਵਸਥਾਵਾਂ ਦਾ ਬਹੁਤ ਜ਼ਿਕਰ ਪੜ੍ਹਦੇ ਹਾਂ, ਅਤੇ ਸਹਿਜ ਦੀ ਅਵਸਥਾ ਦਾ ਕੋਈ ਦਰਸ਼ਨ ਵੀ ਹੈਗਾ। ਆਪਾਂ ਵੀ ਬਹੁਤ ਪੜ੍ਹਦੇ ਹਾਂ, ਸਾਨੂੰ ਅਡੋਲਤਾ ਮਿਲੇ, ਸਾਨੂੰ ਸਹਿਜ ਮਿਲੇ, ਕੋਈ ਦਰਸ਼ਨ ਵੀ ਹੈਗਾ ਹੈ। ਬਾਬਾ ਅਤਰ ਸਿੰਘ ਜੀ ਕਹਿਣ ਲੱਗੇ ਦੇਖਣਾ ਹੈ ਕਿ ਸੁਣਨਾ ਹੀ ਹੈ। ਅਤੇ ਤੇਜਾ ਸਿੰਘ ਜੀ ਕਹਿਣ ਲੱਗੇ ਵੀ ਦਿਖਾ ਦਿਓ। ਕਹਿਣ ਲੱਗੇ ਮੈਂ ਇੱਦਾਂ ਤਾਂ ਨਹੀਂ ਦਿਖਾ ਸਕਦਾ, ਪਰ ਸਹਿਜ ਦਾ ਜੋ ਸਰੂਪ ਹੈ, ਮੰਨ ਲਓ ਤੁਸੀਂ ਪੜ੍ਹੇ ਲਿਖੇ ਹੋ, ਇੱਕ ਰੁਤਬੇਦਾਰ ਹੋ, ਪ੍ਰਿੰਸੀਪਲ ਰਹੇ ਹੋ, ਡਾਇਰੈਕਟਰ ਰਹੇ ਹੋ, ਪੜ੍ਹੇ ਲਿਖੇ ਹੋ, ਇੱਕ ਨਾਮਣਾ ਹੈ, ਅਤੇ ਤੁਹਾਡੇ ਸਾਹਮਣੇ ਕੋਈ ਤੁਹਾਡੇ ਤੋਂ ਛੋਟਾ ਤੁਹਾਡਾ ਸ਼ਾਗਿਰਦ ਜੋ ਤੁਹਾਡਾ ਕਦੇ ਸਟੂਡੈਂਟ ਵੀ ਰਿਹਾ ਹੋਵੇ, ਤੁਹਾਡੇ ਸਾਹਮਣੇ ਆ ਕੇ ਤੁਹਾਡਾ ਨਾਂ ਲੈ ਕੇ ਤੁਹਾਨੂੰ ਗਾਲੀਆਂ ਕੱਢੇ, ਤੁਹਾਡਾ ਨਾਂ ਲੈ ਕੇ ਤੁਹਾਡੇ ਸਾਹਮਣੇ ਅਪ ਸ਼ਬਦ ਕਬੂਲ ਬੋਲੇ, ਹੌਲੀ ਹੌਲੀ ਕਬੂਲ ਬੋਲਦਾ ਬੋਲਦਾ ਤੁਹਾਡੇ ਕੋਲ ਆ ਜਾਏ ਅਤੇ ਤੁਹਾਡੇ ਹੱਥੀਂ ਪੈ ਜਾਏ, ਤੁਹਾਨੂੰ ਠੁੱਡਾ ਮਾਰੇ, ਅਤੇ ਤੁਹਾਡੇ ਮਨ ਵਿੱਚ ਉਹਦੇ ਪ੍ਰਤੀ ਕੀ ਭਾਵ ਆਏਗਾ। ਅਸੀਂ ਕਿਤੇ ਆਪਣੇ 'ਤੇ ਇਮੈਜਨ ਕਰਕੇ ਦੇਖੀ ਵੀ ਸਾਡਾ ਇੱਕ ਸਟੂਡੈਂਟ ਹੋਵੇ, ਸਾਡੇ ਤੋਂ ਉਮਰ 'ਚ ਛੋਟਾ ਵੀ, ਰੁਤਬੇ 'ਚ ਛੋਟਾ, ਅਹੁਦੇ 'ਚ ਛੋਟਾ, ਅਤੇ ਸਾਡੇ ਸਾਹਮਣੇ ਆ ਕੇ ਕਬੂਲ ਬੋਲੇ, ਅਤੇ ਕਬੂਲ ਬੋਲਦਾ ਬੋਲਦਾ ਹੱਥੀਂ ਪੈ ਜਾਏ, ਠੁੱਡਾ ਮਾਰ ਦੇਵੇ, ਅਤੇ ਸ਼ਾਇਦ ਅਸੀਂ ਪ੍ਰਤੀਕਰਮ ਵਜੋਂ ਕੁਝ ਨਾ ਕੁਝ ਤਾਂ ਕਰਾਂਗੇ ਨਾ, ਅਸੀਂ ਬੋਲਾਂਗੇ, ਕਿਸੇ ਹੈਲਪ ਲਈ ਸਹਾਇਤਾ ਲਈ ਬੁਲਾਵਾਂਗੇ, ਸ਼ਾਇਦ ਅਸੀਂ ਵੀ ਕੌੜਾ ਬੋਲ ਕੇ ਜਵਾਬ ਦੇਵਾਂਗੇ, ਡਾਂਟ ਡਪਟ ਦੇਵਾਂਗੇ। ਅਤੇ ਬਾਬਾ ਤੇਜਾ ਸਿੰਘ ਜੀ ਕਹਿਣ ਲੱਗੇ ਡਾਂਟ ਦੇਵਾਂਗੇ ਜੀ, ਪਰਾਂ ਕਰ ਦੇਵਾਂਗੇ। ਕਹਿਣ ਲੱਗੇ ਨਹੀਂ, ਫਿਰ ਸਹਿਜ ਦਾ ਸਹੀ ਦਰਸ਼ਨ ਨਹੀਂ ਹੋਇਆ ਨਾ। ਕਹਿਣ ਲੱਗੇ ਜੀ ਦਿਖਾਓ ਜੀ। ਕਹਿਣ ਲੱਗੇ ਧਿਆਨ ਨੂੰ ਕਿਤੇ ਗੋਇੰਦਵਾਲ ਸਾਹਿਬ ਲੈ ਕੇ ਜਾਓ। ਅਸੀਂ ਤੁਸੀਂ ਲੈ ਜਾ ਸਕਦੇ ਹਾਂ ਆਪਣੇ ਧਿਆਨ ਨੂੰ ਗੋਇੰਦਵਾਲ ਸਾਹਿਬ। ਅਮਰਦਾਸ ਮਹਾਰਾਜ ਸਤਿਗੁਰੂ ਜੀ ਆਪਣੇ ਆਸਨ 'ਤੇ ਬੈਠੇ ਨੇ, ਅਤੇ ਬਾਬਾ ਦਾਤੂ ਜੀ ਸਾਹਮਣੇ ਆਉਂਦੇ ਨੇ, ਉਮਰ 'ਚ ਛੋਟੇ ਨੇ, ਰੁਤਬੇ 'ਚ ਛੋਟੇ ਨੇ, ਬੋਲ ਕਬੋਲ ਬੋਲਦੇ 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 ਤਖਤ ਤੱਕ ਆ ਜਾਂਦੇ ਨੇ, ਅਤੇ ਕੋਲ ਆ ਕੇ ਲੱਤ ਕੱਢ ਮਾਰਦੇ ਨੇ। ਪੁਰਾਣੇ ਸਾਖੀਕਾਰ ਤੇ ਤਾਂ ਕਹਿੰਦੇ ਨੇ ਕਿ ਇੰਨੀ ਜ਼ੋਰ ਦੀ ਲੱਤ ਮਾਰੀ ਨੇ ਵੱਖੀ 'ਚ ਕਿ ਮਹਾਰਾਜ ਬਜ਼ੁਰਗ ਅਵਸਥਾ ਇਸ ਵਕਤ ਦੀ 75 ਸਾਲ ਤੋਂ ਉੱਪਰ, ਤੀਸਰੇ ਪਾਤਸ਼ਾਹ ਦੀ ਆਰਜ ਹੈ ਅਤੇ ਆਸਨ ਤੋਂ ਹੇਠਾਂ ਹੁੰਦੇ ਨੇ, ਪਰ ਫਿਰ ਮੁੜ ਕੇ ਕੀ ਗਾਲੀਆਂ ਕੱਢਦੇ ਨੇ, ਮਹਾਰਾਜ ਕੀ ਕੌੜਾ ਬੋਲਦੇ ਨੇ। ਕਹਿਣ ਲੱਗੇ ਨਹੀਂ, ਮਹਾਰਾਜ ਨੇ ਤੇ ਕਿਹਾ ਭਾਈ ਤੁਸੀਂ ਤੇ ਮੇਰੇ ਗੁਰਦੇਵ ਦੇ ਪੁੱਤਰ, ਮੇਰੇ ਤੇ ਸਰੀਰ ਸਖਤ ਹੋ ਗਏ ਨੇ, ਤੁਹਾਡੇ ਤੇ ਚਰਨ ਕੋਮਲ ਹੋ ਸਕਦੇ ਨੇ, ਮੇਰੇ ਗੁਰਦੇਵ ਦੇ ਪੁੱਤਰ। ਇਹ ਹੈ ਪੂਰਨ ਸਹਿਜ, ਮਨ ਪੂਰਨ ਤਰ੍ਹਾਂ ਸ਼ਾਂਤ ਹੋ ਗਿਆ, ਇੰਨਾ ਸ਼ਾਂਤ ਹੋ ਗਿਆ ਕਿ ਜਿਵੇਂ ਆ ਪਾਣੀ ਸਮਾਂ ਪਾ ਕੇ ਬਰਫ਼ ਬਣ ਜਾਂਦਾ ਹੈ ਨਾ, ਅਤੇ ਬਰਫ਼ ਪੱਥਰ ਵਾਂਗ ਬਿਲਕੁਲ ਅਡੋਲ ਆਹਿਲ ਹੋ ਜਾਂਦੀ ਹੈ। ਇਹ ਵੀ ਮਨ ਸ਼ਾਂਤ ਹੋ ਜਾਏ, ਗੁਰਦੇਵ ਕਿਰਪਾ ਕਰਨ, ਅਸਾਂ ਦਾ ਮਨ ਸ਼ਾਂਤ ਹੋਵੇ, ਅਸਾਂ ਦਾ ਮਨ ਟਿਕਿਆ। ਚੌਥੇ ਪਾਤਸ਼ਾਹ ਸਤਿਪੁਰਬ ਗੁਰਤਾ ਗੱਦੀ ਹੈ, ਅਤੇ ਚੌਥੇ ਪਾਤਸ਼ਾਹ ਦਾ ਸਰੂਪ ਕੀ ਸਹਿਜ ਅਡੋਲਤਾ ਵੈਰਾਗ, ਹਰ ਵਕਤ ਨੇਤਰ ਸਜਲ ਰਹਿੰਦੇ ਨੇ, ਹਰ ਵਕਤ ਪਿਆਰ ਅਤੇ ਅਰਦਾਸ ਦੀਆਂ ਗੱਲਾਂ ਕਰਦੇ ਨੇ, ਹਰ ਵਕਤ ਮਿਲਾਪ ਦੇ ਸ਼ਬਦ। ਕਦੇ ਸਮਾਂ ਲੱਗੇ ਮਹੱਲੇ ਚੌਥੇ ਦੀ ਬਾਣੀ ਨੂੰ ਪੜ੍ਹ ਕੇ ਦੇਖਣਾ,
महले चौथे की बाणी, लोग तो कहते ना महले नौवें की बाणी बैरागमई है। उस बैरागमई दे विच मृत्यु का दर्शन है ना, वो बैराग का एक दूसरा हिस्सा है, वो मौत का दर्शन है, संसार नूं छड्ड जाण दा दर्शन है। तो महले चौथे च किहड़ा बैराग है? प्रेम का बैराग है, जिस तुसीं मिलदे हो, हे सच्चे पातशाह मिलो, मैनू अपने चरणी ला लो, अपने गलवकड़े च लै लो, मैनू अपना मिलाप हासिल करा दिओ, मैं तुहाडे तो बिना नहीं रह सकता। किते समा लगे चौथे पातशाह के कुछ शब्द ही आ सोदर दे विच ही पढ़ के देखना। गुजरी महला चौथा बड़े प्यार ना पढ़ते हो मेरे सतगुरा, बिना करो गुर पास, हम कीरे किरम सतगुर शरणाई, कर दया नाम प्रकाश। आज समझाते ने पातशाह सानू, साडा हिरदा शांत हो सके। महाराज ने कृपा की, तृष्णा बुझ गई, मन शांत हो गया जदों महाराज नूं चंगे लगे। मन थिया ठंडा सब तृष्ण बुझाए राम, मन थिया ठंडा चूकी डंजा। डंजा कहते ने प्यास नूं, जिवें संसारी शब्द है बैरूनी शरीरिक प्यास, मन की जो तृष्णा की प्यास है, पदार्थों नूं प्राप्त करने की प्यास है, मन दे च पर होर मैनूं चाहीदा है। मन रजदा नहीं ना, सानू कुछ भी दे दिओ, तन ते 2 रोटियां खा के रज जाएगा, किन्नियां खा लोगे? एक बार कहोगे बस, पर की अज तक मन ने कहा कि बस नहीं भाई बहुत है? नहीं, क्योंकि मन का तो पक्ष ही ऐसा है जो सब कुछ गर्क होंदा जांदा है, सब कुछ मुकदा जाता है। सानू तो शायद कुबेर के खजाने भी मिल जाण ते मन फिर कहेगा थोड़ा जिहा होर हुंदा तो पता लगता। ये डंजा दी डांच होंदी है, प्यास, अंदर दी प्यास। मन ठंडे की निशानी कि तन ते मन की प्यास बुझ गई, अंदर शांत हो गया, यक शीतल हो गया। की मिल गया जी? कहने लगे पाया बहुत खजाना, मैनू बहुत वड्डा खजाना मिल गया। किहड़ा खजाना मिल गया जी? पंचम पातशाह ने कदे पुछी, महाराज किहड़ा खजाना तुहानूं मिल गया जिहड़ा सानूं भी दिखा दिओ? कहने लगे तुहानूं नहीं पता, तुहाडे को भी तो हैगा, साडे सारिਆਂ को हैगा, पर असां कदे खोलिया ही नहीं। कदे खोलिए पिओ दादे का खोल डिठा खजाना, ता मेरा मन भया निधाना। ये पिओ दादे का खजाना किहड़ा है? पावन बाणी दे करके साडे वडेरियां दा, गुरु महाराज का खजाना है, जो साडे वड वडेरे ने सांभ के दिता है सानूं। साडे पिओ दादियां ने, वडेरियां बजुर्गां ने अपने तन कुर्बान कीते ने, अपने सुख कुर्बान कीते ने, घालना कीतियां ने। असीं अरदास कहने ना, आ एक दूजा पैराग्राफ जो पौड़ी पहली पातशाह की एक दूजे अरदास करते हैं, जिन्हां ਸਿੰਘਾਂ ਸਿੰਘੜੀਆਂ, वो किन्हां दा जिक्र है? उन्हां दादियां दा, वडेरियां दा, बजुर्गां दा, माईयां दा, भाईयां दा, जिन्हां ने साडे वास्ते कुर्बानियां की। नहीं तो वो अपना जीवन तो जी सकते सी, उन्हां को तो वड्डे वड्डे आफर सी उस वक्त, भाई जान बचा लो, राज मिलते हैं, जगीरां मिलदियां ने, बहुत लोग ने अज जिन्होंने जगीरां लै लियां, वड्डे वड्डे जगीरदार अज बैठे ने, एक कुर्बानियां करके थोड़ा चापलूसियां करके बैठे ने। बहुत लोग ने जिन्हां वक्त दे सरकारां दियां चापलूसियां कीतियां, टौट बने, अज वड्डे वड्डे अमीर बन के बैठे ने। पर किते उन्हां नूं पुछीए कि भाई तारू सिंह नूं आफर नहीं सीगा जगीरां दा, राजसी खानदानां दा? किहड़ा आफर भाई तारू सिंह को नहीं सीगा? दुनिया का राज मिलता सी, जगीर मिलती सी, जायदाद मिलती सी, पर भाई तारू सिंह कहने लगे नहीं, मैनूं गुरु की सिक्खी प्यारी है। उन्होंने साडे वास्ते कीता है, उन्होंने साडे वास्ते खजाना सांभ के रखे है। किते खोल के देखिए अपने वडेरियां दे, इस बुजुर्गों के इतिहास नूं, ताइयों ते बाबियां की दादियां की साखियां पुत सपुत कर दिंदियां ने। कहने लगे जदों कृपा हुई ना, मैनूं बहुत वड्डा खजाना मिल गया, अमुल खजाना, जो अमुल व्यापार है, जिहदा अमुल भंडारीए ने, जिहदा अमुल ही अमुक है, मुकदा ही कदे नहीं। अज जपजी साहिब च अमुल 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 करके दसिया ना, कितनी बार महाराज ने अमुल अमुल शब्द वरते है, जिसका कोई मुल ही नहीं, जिसका कोई मुल ही नहीं। ये नहीं कि कीमत नहीं, उसकी कीमत इन्नी अमुल है कि कोई मुल पा नहीं सकता। जो मरदाना जी नूं बख्शिश मिली तो सालस रह कहंदा भी ते अमुल है, इसकी कीमत मैं दे नहीं सकता। पाया बहुत खजाना तो हुण की करदे हो? कहण लगे हुण सिख सेवक सब पुंचण लगे, तेरा खजाना मिल गया। आ सारे सिख सिख पुंच रहे ना, असीं बैठे हंडा रहे हैं, खा रहे हैं। महाराज ने हुक्म किया जे को खावे
ਜੇ ਕੋ ਪੁੰਚੈ महाराज ने ते भंडार भर दिते ने, थाल सजा दिते ने, खाओ खर्चो, खावें खर्चे रल मिल भाई, टोट न आवे वधो जाई। सिख सेवक सब पुंचन लगे। फिर असीं की कर सकते हैं कि महाराज हम सतगुर कै कुर्बाना, अपने सतगुर तो बलिहार जाइए जिस ने सानू ये बख्शिशां दित्तियां ते जेड़े इस बख्शिश नूं माणदे ने। निरभव भये खसम रंग राते, और निरभव पदवियां ते पहुँच गए, अपने प्रभु दे प्यार रंग विच रंगे गए। जम की त्रास बुझाए, उन्हां दे तो जम दे मौत दे भै लै गए। उहनूं आरे ना चीरते, खन्ने खन्ने प्रसादे मिल गए, बच्चों के टुकड़े टुकड़े करके गल च हार पवाए। पर कि किसी ने सी उचारी है? किसी ने कहा जी हाँ मैनू बख्श दिओ, मेरी जान बख्शी कर दिओ, मेरा निक्का जिहा 6 महीने का बालक है, इसनूं ही छड्ड दिओ? पर किसी ऐसे माई का इतिहास पढ़िया अज तक नहीं। नहीं उन्हें कहा सच्चे पातशाह, 4 पहर दिन तेरे भाणे च बतीत सुख दा होए, 4 पहर रहन अपने भाणे च बतीत करावणे। उन्हें रात भर बच्चे विलकदे छड्डते, पर फिर सवेरे ही कहते हैं ये सच्चे पातशाह रहन तेरे भाणे च सुख ना बतीत हुई। रंग रते ने जम की त्रास, जम का डर बुंट चुकाए, इसी के नानक दास सदा संग सेवक। पता क्यों? महाराज कहते हैं ऐसे सेवकों के नाल सदा अंग संग गुरु करता हुंदा। दिखदा सानू सेवक दुख झलदा, पर दुख पहुँच रहे गुरु करते तक, उन्होंने पीड़ा नूं गुरु झल रहे ने। सेवक अपने गुरु की गोद विच ने, सेवक अपने गुरु की चरण शरत ने, तो उन्हों का दुख गुरकर्ता अपने तन ते लेंदे ने, अपने मन ते लेंदे, अपने ते लेंदे ने। नानक दास सदा संग सेवक, तेरी भगत करन लिव लाए। मैनू ते एक दात मिले, मैं तेरी भगती कर सकां लिव ला के। महाराज कहते मैं ते करदा हाँ, ते असीं ते कहांगे महाराज सानू किरपा करो, असीं तुहाडी भगती कर सकीए, साडी लिव लग सके। गुरुदेव किरपा करन। धन धन सतगुरु रामदास महाराज जी की पावन गुरता गति दी आप बधाइयाँ। गुरुदेव किरपा करन। प्यार ते आसीस ते फतेह बुलावना जी। वाहिगुरू जी का खालसा, वाहिगुरू जी की फतेह।